ਬੱਚਾ ਜਿਹੜਾ ਸੀ ਇਹ ਠੀਕ ਸੀ ਥੋੜ੍ਹਾ ਜਿਹਾ, ਫਿਰ ਉਸ ਤੋਂ ਬਾਅਦ ਇਹਨੂੰ ਬੁਖਾਰ ਚੜ੍ਹਿਆ ਤੇ ਫਿਰ ਇਹ ਬੱਚਾ ਮੰਜੀ 'ਤੇ ਪੈ ਗਿਆ। ਫਿਰ ਦੁਬਾਰਾ ਇਹਨੂੰ ਉੱਠਿਆ ਪਿੰਡਰ ਹਸਪਤਾਲ, ਉੱਥੇ ਉਹਨਾਂ ਨੇ ਜਵਾਬ ਦਿੱਤਾ, ਉਹਨਾਂ ਕਿਹਾ ਤੁਹਾਡੇ ਬੱਚੇ 'ਤੇ ਘੱਟੋ ਘੱਟ ਵੀ 3-4 ਲੱਖ ਰੁਪਏ ਖਰਚਾ ਆਏਗਾ। ਮੈਂ ਇੰਨਾ ਸਪੋਰਟ ਨਹੀਂ ਕਰ ਸਕਦਾ, ਮੈਂ ਸਾਰੇ ਰਕਸ਼ਾ ਚਲਾਉਂਦਾ ਵਾਂ। ਜਦੋਂ ਇਹ ਬੱਚੇ ਨੇ ਕੋਈ ਵਾਸ਼ਰੂਮ ਜਾਣਾ ਹੋਏ ਤੇ ਕਿਸ ਤਰ੍ਹਾਂ ਜਾਂਦਾ ਹੈ? ਇਹ ਸਾਰੇ ਥੱਲੇ ਬਹਿ ਜਾਂਦਾ ਜ਼ਮੀਨ ਤੇ ਇਹ ਆਪ ਹੀ ਰੇਡ ਉੱਡ ਕੇ ਕੱਢ ਕੁੱਢ ਲੈਂਦਾ ਪਿਸ਼ਾਬ। दूसरे बहन भाइयों को जब देखते हैं, चलते फिरते हैं, बाहर जाते हैं, तो क्या आता है दिल में? मैं भी चली। अस्सलाम वालेकुम नाज़रीन, मैं हूं एडी मलिक और मैं इस वक्त शेखोपुरा में मौजूद हूं। अक्सर कहानियां आप लोग देखते होंगे कि गरीब फैमिली जिसमें एक ख़ातून होगी या वो अपने बच्चों को लेकर बैठी होगी, लेकिन आज की ये जो कहानी है, एक मर्द अपने बच्चों को लेके बैठा हुआ है और क्यों वो आज आपके सामने आपकी मदद का तलबगार है, क्योंकि इनके 4 बच्चे हैं जिसमें एक बेटा जिसकी उम्र तकरीबन 12 साल है। वो पैदा तो सही हुआ था, नॉर्मल था, लेकिन जैसे जैसे वो बढ़ता गया है उसके बाद एक बीमारी ऐसी लाहक हुई, उस बीमारी ने इस बच्चे को हमेशा के लिए बेड रेस्ट पे डाल दिया। ये बच्चा जिसकी उम्र तकरीबन 12 साल है, ये चल फिर नहीं सकता। और जब इस गरीब शख्स ने, जो कि रिक्शा चलाता है और रिक्शा चलाकर अपने बच्चों का गुजर बसर पूरा करता है, इसने जब डॉक्टरों से रजू किया अपने बेटे के इलाज के लिए, तो डॉक्टरों ने जब लाखों रुपए का इलाज बताया तो इस गरीब शख्स के पैरों तले से ज़मीन निकल गई। आज रमज़ान के महीने में बहुत सारे हमारे जो साबे इस्तात लोग हैं जिनको अल्लाह ताला ने बहुत दिया हुआ है, वो बहुत ज़्यादा लोगों की इमदाद भी करते हैं और कर भी रहे हैं। आज उन सब के लिए ये वीडियो है। आपसे गुजारिश है कि इनकी कहानी सुनकर ज़रूर इनकी मदद कीजिएगा। इनसे बात करते हैं कि ये बच्चे और इन बच्चों का बाप तो मौजूद है, इनकी वालदा कहाँ पे है। भाईजान क्या नाम है आपका? ਸਰ ਮੇਰਾ ਨਾਂ ਗੁਲਾਮ ਮੁਸਤਫਾ ਹੈ। ਗੁਲਾਮ ਮੁਸਤਫਾ ਸਾਹਿਬ, ਤੁਸੀਂ ਕੀ ਕੰਮ ਕਰਦੇ ਹੋ? ਮੈਂ ਸਰ ਰਿਕਸ਼ਾ ਚਲਾਉਂਦਾ। ਕੀ ਹੋਇਆ ਤੁਹਾਡੇ ਬੇਟੇ ਨੂੰ? ਪੈਦਾਇਸ਼ੀ ਹੈ, ਬਿਮਾਰ ਸੀ ਜਾਂ ਕਿ ਕੀ ਮਸਲਾ ਸੀ? ਇਹ ਸਰ ਬੱਚਾ ਜਿਹੜਾ ਸੀ ਇਹ ਠੀਕ ਸੀ ਥੋੜ੍ਹਾ ਜਿਹਾ, ਫਿਰ ਉਸ ਤੋਂ ਬਾਅਦ ਇਹਨੂੰ ਬੁਖਾਰ ਚੜ੍ਹਿਆ ਤੇ ਫਿਰ ਇਹ ਬੱਚਾ ਮੰਜੀ 'ਤੇ ਪੈ ਗਿਆ। ਫਿਰ ਦੁਬਾਰਾ ਇਹਨੂੰ ਉੱਠਿਆ, ਮੈਂ ਇਹਨੂੰ ਲੈ ਕੇ ਗਿਆ ਉੱਥੇ ਹਸਪੀਟਲ, ਸ਼ੇਖਪੁਰੇ ਵੀ ਖੜਿਆ ਹੈ, ਲਾਹੌਰ ਵੀ ਖੜਿਆ। ਲਾਹੌਰ ਸ਼ੇਖਪੁਰਾ ਨੇ ਕਿਹਾ ਲਾਹੌਰ ਲੈ ਜਾਓ ਚਿੰਡਰ ਹਸਪਤਾਲ, ਉੱਥੇ ਉਹਨਾਂ ਨੇ ਜਵਾਬ ਦਿੱਤਾ, ਉਹਨਾਂ ਕਿਹਾ ਤੁਹਾਡੇ ਬੱਚੇ 'ਤੇ ਘੱਟੋ ਘੱਟ ਵੀ 3-4 ਲੱਖ ਰੁਪਏ ਖਰਚਾ ਆਏਗਾ। ਮੈਂ ਇੰਨਾ ਸਪੋਰਟ ਨਹੀਂ ਕਰ ਸਕਦਾ, ਮੈਂ ਸਰ ਰਕਸ਼ਾ ਚਲਾਉਂਦਾ ਵਾਂ। ਠੀਕ ਹੈ। ਅੱਛਾ, ਜਦੋਂ ਤੁਹਾਨੂੰ ਇਹਨਾਂ ਡਾਕਟਰਾਂ ਨੇ ਕਿਹਾ ਸੀ ਚਿਲਡਰਨ ਹਸਪੀਟਲ ਦੇ ਵਿੱਚ ਕਿ ਜੀ ਇਸ ਬੱਚੇ ਦੇ 3-4 ਲੱਖ ਰੁਪਏ ਆਏਗਾ, ਉਸ ਤੋਂ ਬਾਅਦ ਤੁਸੀਂ ਕਿਸੇ ਹੋਰ ਹਸਪੀਟਲ ਦੇ ਵਿੱਚ ਲੈ ਜਾਣਾ ਸੀ? ਸਰ ਮੇਰੇ ਕੋਲ ਇੰਨੀ ਗੁੰਜਾਇਸ਼ ਨਹੀਂ ਸੀ ਹੈ ਕਿ ਮੈਂ ਕਿਸੇ ਹਸਪੀਟਲ ਹੋ ਲੈ ਜਾਂਦਾ। ਇਹਨਾਂ ਦੀ ਵਾਲਦਾ ਕਿੱਥੇ ਹੈਗੀ ਜੀ? ਇਹਨਾਂ ਦੀ ਸਰ ਵਾਲਦਾ ਜਿਹੜੀ ਉਹ ਕੰਮ ਕਰਨ ਗਏ, ਕਿਸੇ ਦੇ ਘਰ ਕੰਮ ਕਰਦੇ ਨੇ। ਉਹ ਵੀ ਕਿਸੇ ਦੇ ਘਰ ਕੰਮ ਕਰਦੇ? ਹਾਂਜੀ। ਇਹ ਜਿਹੜਾ ਘਰ ਹੈਗਾ ਤੁਹਾਡਾ ਆਪਣਾ? ਨਹੀਂ ਸਰ, ਬੈਠੇ ਕਿ ਨਿੱਕੀ ਜੀ, ਇਹਦਾ ਮੈਂ 7-8 ਹਜ਼ਾਰ ਰੁਪਇਆ ਕਿਰਾਇਆ ਦਿੰਦਾ ਵਾਂ। ਕਿਸ ਤਰ੍ਹਾਂ ਤੁਸੀਂ ਸਾਰਾ ਗੁਜ਼ਰ ਬਸਰ ਕਰਦੇ ਹੋ? ਰਿਕਸ਼ੇ ਤੇ ਕਿੰਨੇ ਕੁ ਪੈਸੇ ਕਮਾ ਲੈਂਦੇ ਹੋ? ਰਿਕਸ਼ੇ ਸਰ ਜੀ ਇਹ 1200 ਰੁਪਇਆ ਰਿਕਸ਼ੇ ਦਾ ਕਿਰਾਇਆ ਦੇਈਦਾ, ਬਕਾਇਆ 300-400 ਰੁਪਇਆ ਮੈਨੂੰ ਬਚ ਜਾਂਦਾ, ਬਸ ਉਹਦੇ ਤੇ ਗੁਜ਼ਾਰਾ ਕਰੀਦਾ। ਜਦੋਂ ਤੁਸੀਂ ਰਕਸ਼ਾ ਚਲਾਉਣ ਬਾਹਰ ਜਾਂਦੇ ਹੋ, ਤੁਹਾਡੀ ਬੀਵੀ ਵੀ ਕਿਸੇ ਜਗ੍ਹਾ ਤੇ ਕੰਮ ਕਰਦੀ ਹੈ, ਤੇ ਇਹ ਬੱਚੇ ਕਿਹਦੇ ਹਵਾਲੇ ਕਰਕੇ ਜਾਂਦੇ ਹੋ? ਇਹ ਸਰ ਬੱਚੇ ਇੱਥੇ ਘਰ ਹੀ ਹੁੰਦੇ ਨੇ ਇਕੱਲੇ ਹੀ, ਅੱਲਾ ਵਾਲੇ ਆ ਅਸੀਂ, ਤੇ ਬਸ ਬੱਚੇ ਘਰ ਹੀ ਹੁੰਦੇ ਨੇ ਤੇ ਮੈਂ ਰਕਸ਼ਾ ਚਲਾਉਣਾ। ਬੇਗਮ ਮੇਰੀ ਜਿਹੜੀ ਉਹ ਕੰਮ ਕਰਨ ਜਾਂਦੀ ਹੈ। ਨਹੀਂ, ਜਦੋਂ ਇਹ ਬੱਚੇ ਨੇ ਕੋਈ ਵਾਸ਼ਰੂਮ ਜਾਣਾ ਹੋਏ ਤੇ ਕਿਸ ਤਰ੍ਹਾਂ ਜਾਂਦਾ ਹੈਗਾ? ਇਹ ਸਾਰੇ ਥੱਲੇ ਬਹਿ ਜਾਂਦਾ ਜ਼ਮੀਨ ਤੇ ਇਹ ਆਪ ਹੀ ਰੇਡ ਉੱਡ ਕੇ ਕੱਢ ਕੁੱਢ ਲੈਂਦਾ ਪਿਸ਼ਾਬ। ਤੇ ਜਿੰਨਾ ਤੁਸੀਂ ਕਮਾਉਂਦੇ ਹੋ ਉਹਦੇ ਤੇ ਤੁਹਾਡੇ ਸਾਰਾ ਕੁਝ ਮਾਮਲਾਤ ਪੂਰੇ ਹੋ ਜਾਂਦੇ ਨੇ? ਨਹੀਂ ਸਰ, ਸਾਡਾ ਕੁਝ ਨਹੀਂ ਪੂਰਾ ਹੁੰਦਾ, ਕਿਰਾਇਆ ਨਹੀਂ ਦਿੱਤਾ ਜਾਂਦਾ ਸਰ ਜੀ। ਇਹ ਇੱਕ ਬੱਚਾ ਤੁਹਾਡਾ ਬਿਮਾਰ ਹੈ ਤੇ ਬਾਕੀ ਨਾਰਮਲ ਨੇ? ਨਹੀਂ ਸਰ, ਇਹ ਵੀ ਬੱਚਾ ਹੈ, ਇਹਨੂੰ ਵੀ ਇਹ ਮਸਲਾ ਬਣਦਾ ਪਿਆ। ਉਹਨਾਂ ਡਾਕਟਰ ਨੇ ਕਹਿੰਦਾ ਇਲਾਜ ਵੀ ਕਰਵਾਓ, ਮੇਰੇ ਕੋਲ ਇੰਨਾ ਗੁੰਜਾਇਸ਼ ਨਹੀਂ ਹੈ ਮੈਂ ਕਰਵਾ ਸਕਾਂ। ਤੇ ਰਮਜ਼ਾਨ ਦੇ ਮਹੀਨੇ ਦੇ ਵਿੱਚ ਅੱਗੋਂ ਈਦ ਆਉਣ ਵਾਲੀ ਹੈ ਤੇ ਬੱਚਿਆਂ ਦੀ ਤੁਸੀਂ ਕੋਈ ਕੱਪੜੇ ਲੀੜੇ ਕੋਈ ਨਹੀਂ ਖਰੀਦੇ ਵੀ? ਨਹੀਂ ਸਰ, ਕੋਈ ਚੀਜ਼ ਨਹੀਂ। ਬੱਚੇ ਮੰਗਦੇ ਨਹੀਂ ਹੈ? ਮੰਗਦੇ ਨੇ ਸਰ ਜੀ, ਉਹ ਕਹਿੰਦੇ ਸਾਨੂੰ ਇਹ ਵੀ ਲਿਆ ਕੇ ਦਿਓ, ਇਹ ਵੀ ਲਿਆ ਕੇ ਦਿਓ। ਕੀ ਕਰੀਏ, ਉਹ ਰਕਸ਼ੇ ਵਿੱਚ ਪੂਰੀ ਨਹੀਂ ਪੈਂਦੀ, ਕੀ ਕਰੀਏ। ਮਹੀਨੇ ਬਾਅਦ ਕਿਰਾਇਆ ਆ ਗਿਆ, ਕਦੀ ਕਾਰ ਦਾ ਸੌਦਾ ਮੁੱਕਿਆ ਹੁੰਦਾ, ਕਦੀ ਕੋਈ ਸ਼ੈ, ਕਦੀ ਕੋਈ ਸ਼ੈ। ਇਹਦਾ ਇਲਾਜ ਕਿੱਥੇ ਮੁਮਕਿਨ ਹੈਗਾ ਕਿ ਅਗਰ ਕੋਈ ਇਹਦਾ ਇਲਾਜ ਕਰਵਾਉਣਾ ਚਾਹੇ ਜਾਂ ਕੋਈ ਇਹਨੂੰ ਕੋਈ ਵੀਲ ਚੇਅਰ ਦੇਣਾ ਚਾਹੇ ਤੇ ਕਿਸ ਤਰ੍ਹਾਂ ਤੁਹਾਡੇ ਨਾਲ ਰਾਬਤਾ ਕਰ ਸਕਦਾ ਜੀ? ਵੀਲ ਚੇਅਰ ਮੈਂ ਸਰ ਜੀ, ਮੈਂ 2-3 ਬੰਦਿਆਂ ਨੂੰ ਕਿਹਾ ਸੀ, ਉਹਨਾਂ ਨੇ ਮੈਨੂੰ ਕੋਈ ਗੱਲਬਾਤ ਨਹੀਂ ਫੜਾਈ। ਅੱਛਾ, ਅਗਰ ਤੁਹਾਨੂੰ ਕੋਈ ਵੀਲ ਚੇਅਰ ਲੈ ਦੇ ਤੇ ਤੁਸੀਂ ਮੁਤਮਈਨ ਹੋ? ਨਹੀਂ, ਵੀਲ ਚੇਅਰ ਦੀ ਨਹੀਂ ਗੱਲ ਸਰ ਜੀ, ਗੱਲ ਇਹ ਵੇ ਕਿ ਮੇਰਾ ਜਿਹੜਾ ਖਰਚਾ ਹੈ ਮਹੀਨੇ ਦਾ, ਮੈਂ ਕੁਝ ਕਰ ਨਹੀਂ ਸਕਦਾ, ਮੈਂ ਬਹੁਤ ਗਰੀਬ ਹਾਂ, ਮੇਰੇ ਹਾਲਾਤ ਨਹੀਂ ਸਹੀ ਹੈਗੇ।
ठीक है, किराया देना मकान दा बिल, बत्ती दे बिल उड़ा परा। मैं गौरमेंट अगे वाम अगे अपील करना चाहना मेरी मदद की जाए। बेटा आपका क्या नाम है? मोहम्मद जैद। अपने दूसरे बहन भाइयों को जब देखते हैं, चलते फिरते हैं, बाहर जाते हैं, तो क्या आता है दिल में? मैं भी चलूँ। आपके भी दिल में आता है कि मैं भी चलूं? तो आपका इलाज नहीं हुआ अभी? क्यों? पता नहीं, मामा के पास, पापा के पास पैसे नहीं है। यकीन करें कि ऐसे बच्चे जब बेड पर पड़े होते हैं ना, बेआसरा हो जाते हैं, वो लोगों के लिए एक किस्म का ना बोझ बन जाते हैं, और उसके दिल में जो उसकी ख्वाहिशात होती हैं वो यकीन करें कि वही शख्स जानता है। ये बच्चा, इसको नहीं पता कि किस तरह से हेल्प की जाती है, किस तरह से हेल्प मांगी जाती है। मैं आप सबसे गुजारिश करूंगा कि इस बच्चे की हेल्प करने के लिए इनके दिए गए इस नंबर पर ज़रूर रब्ता कीजिएगा, ताकि आपसे मैं ये भी कहूँगा कि अगर आप इस बच्चे को व्हीलचेयर भी ले देंगे तो वो भी आपके इनके लिए बड़ी गनीमत होगी, क्योंकि ये बच्चा चल फिर नहीं सकता। कम से कम इसको ले जाने के लिए व्हीलचेयर का इस्तेमाल ज़रूरी हो जाएगा। और अगर कोई शख्स या कोई डॉक्टर ये वीडियो देख रहा है तो उनसे भी गुजारिश है कि आप इनसे रब्ता करें और इस बच्चे के इलाज के लिए जो कुछ भी आप कर सकते हैं वो ज़रूर कीजिएगा। इसी के साथ इजाज़त चाहूँगा। अल्लाह निगहबान।